ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनेक विधि समझावो। हम ज्ञान अल्प मत थोड़ी तुम आपन बिरद रखावो। तुमरी शरण तुम्हारी आशा तुम ही सजन सुहेले। राखो राखण हार दयाला नानक करके गोले। जाको हर रंग लागो इस जुग में सो कैयत है सूरा। आत्म जिणे सगल वसता कै जाका सतगुर पूरा। ठाकुर गाये आत्म रंग शरणी पावन नाम ते आवन सहज समावन संग। जन के चरण बसे मेरे ही अरे संग पुनीता देही। जान की धूड़ देहो कृपा निद नानक कै सुख एही। जन की धूड़ देहो कृपा निद नानक कै सुख एही। वाहिगुरू जी का खालसा वाहिगुरू जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦਾ ਓਟ ਆਸਰਾ ਲੈ ਕੇ ਆਪ ਅੰਮ੍ਰਿਤ ਵੇਲੇ ਜਾ ਕੇ ਬਖਸ਼ਿਸ਼ ਦੇ ਪਾਤਰ ਬੰਦੇ ਹੋ, ਇਹ ਆਪ ਜੀ ਦੇ ਵੱਡੇ ਭਾਗ ਹਨ। ਗੁਰੂ ਮਹਾਰਾਜ ਸਦਾ ਹੀ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਣ। ਆਓ ਸਾਧ ਸੰਗਤ ਅੱਜ ਇਸ ਮਹਾਨ ਪਵਿੱਤਰ ਮੁਕੱਦਸ ਦਿਹਾੜਾ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਅੱਜ ਹੈ, ਸੰਸਾਰ ਭਰ ਵਿੱਚ ਇਸ ਯੋਧੇ ਸੂਰਵੀਰ ਇਸ ਮਹਾਨ ਆਤਮਾ ਨੂੰ ਸਭ ਯਾਦ ਕਰ ਰਹੇ ਹਨ। ਸੋ ਐਸੀ ਪਵਿੱਤਰ ਆਤਮਾਵਾਂ ਸੰਸਾਰ ਦੇ ਵਿੱਚ ਇੱਕ ਇਤਿਹਾਸ ਰਚਦੀਆਂ ਨੇ ਜੋ ਸੁਣਨ ਤੋਂ ਬਾਅਦ ਜੋ ਸਰੀਰ ਦੇ ਰੋਮ ਨੇ ਉਹ ਖੜੇ ਹੋ ਜਾਂਦੇ ਨੇ ਔਰ ਇੱਕ ਮਨ ਇਹ ਹੁੰਦਾ ਹੈ ਕਿ ਇਹ ਕਿੱਥੇ ਸਰੀਰ ਰੂਪ ਵਿੱਚ ਹੋਣ ਤੇ ਅਸੀਂ ਇਹਨਾਂ ਦੀ ਜੋ ਸੱਚੀ ਵਿੱਚ ਇਹਨਾਂ ਦੇ ਦਰਸ਼ਨ ਕਰੀਏ। ਪਰ ਇਹਨਾਂ ਦੀਆਂ ਕਥਾਵਾਂ, ਇਹਨਾਂ ਦੇ ਵਿਚਾਰ, ਇਹਨਾਂ ਦਾ ਇਤਿਹਾਸ ਸੁਣ ਕੇ ਅਸੀਂ ਵੀ ਉਹ ਚਰਨ ਧੂੜੀ ਗ੍ਰਹਿਣ ਕਰਨੀ ਹੈ। ਸੋ ਗੁਰੂ ਮਹਾਰਾਜ ਨੇ ਦੇਖੋ ਜਿਤਨਾ ਵੀ ਇਹ ਇਤਿਹਾਸ ਹੈ, ਇਤਿਹਾਸ ਕਿੱਥੇ ਕੋਈ ਪੈਸੇ ਅਮੀਰੀ ਨਾਲ ਇਤਿਹਾਸ ਨਹੀਂ ਬਣਦੇ। ਕੋਈ ਕਵੇ ਕਿ ਮੈਂ ਇਤਿਹਾਸ ਨੂੰ ਮਾਇਆ ਦੇ ਕੇ ਮੈਂ ਉਸ ਇਤਿਹਾਸ ਨੂੰ ਮੈਂ ਲਿਖਾਂ, ਪਰ ਸਾਧ ਸੰਗਤ ਸਾਡਾ ਸਿੱਖੀ ਦਾ ਇਤਿਹਾਸ ਐਸਾ ਨਹੀਂ ਹੈ। ਇਹ ਖੂਨ ਦੀ ਕਲਮ ਦੇ ਨਾਲ ਲਿਖਿਆ ਹੋਇਆ ਇਹ ਇਤਿਹਾਸ ਹੈ। ਜੋ ਪੜ੍ਹੇਗਾ, ਜੋ ਇਸ ਨੂੰ ਲਿਖੇਗਾ, ਉਹਦੇ ਹਿਰਦੇ ਦੇ ਗਹਿਰਾਈਆਂ ਦੇ ਵਿੱਚੋਂ ਵੀ ਉਹ ਜਜ਼ਬਾ ਜਗੇਗਾ,
ਉਹ ਪਿਆਰ ਜਗੇਗਾ। ਕਿਉਂਕਿ ਇਤਿਹਾਸ ਸਾਧ ਸੰਗਤ, ਧਰਮ ਐਵੇਂ ਨਹੀਂ ਚੱਲਦੇ। ਧਰਮ ਦੇ ਪਿੱਛੇ ਸ਼ਹਾਦਤਾਂ ਹੁੰਦੀਆਂ ਹਨ। ਜੋ ਇਸ ਧਰਮ ਦੀ ਅਗਵਾਈ ਕਰਦੇ ਹਨ ਉਹ ਆਪ ਧਰਮ ਦੇ ਵਿੱਚ ਆ ਕੇ ਉਹ ਪ੍ਰੈਕਟੀਕਲੀ ਜੀਵਨ ਦੇਖੋ। ਸ਼ਹੀਦ ਹੋਣਾ ਵੱਖਰੀ ਗੱਲ ਹੈ, ਸ਼ਹੀਦ ਦੁਨੀਆ ਹੁੰਦੀ ਹੈ। ਇੱਕ ਸ਼ਹੀਦ ਅਸੀਂ ਯਹੂਦੀ ਨੇ, ਜਿਸ ਤਰ੍ਹਾਂ ਯਹੂਦੀ ਸੰਸਾਰ ਭਰ ਵਿੱਚ ਮੰਨੇ ਜਾਂਦੇ ਨੇ, ਪਰ ਸਾਧ ਸੰਗਤ ਉਹਨਾਂ ਨੂੰ ਜਦੋਂ ਮਾਰਿਆ ਗਿਆ ਤੇ ਉਹਨਾਂ ਨੂੰ ਜਲਾਇਆ ਗਿਆ, ਭਾਵ ਭੱਠੇ ਦੇ ਵਿੱਚ ਸੁੱਟਿਆ ਗਿਆ। ਪਰ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਸੀ। ਫਿਰ ਧਿਆਨ ਦੇਣਾ, ਉਹਨਾਂ ਕੋਲ ਕੋਈ ਆਪਸ਼ਨ ਨਹੀਂ ਸੀ। ਪਰ ਕਮਾਲ ਦੀ ਗੱਲ ਹੈ, ਸਾਡੇ ਗੁਰੂ ਸਾਹਿਬਾਨ ਕੋਲ, ਸਾਡੇ ਸਿੰਘਾਂ ਪਾਸੋਂ ਜਿਹਨੂੰ ਵੀ ਸ਼ਹੀਦ ਕੀਤਾ ਗਿਆ, ਉਹਨਾਂ ਅੱਗੇ ਆਪਸ਼ਨ ਰੱਖੇ ਗਏ ਕਿ ਭਾਈ ਜੇ ਤੂੰ ਸਾਡਾ ਦੀਨ ਕਬੂਲ ਕਰ ਲੇਗਾ ਜਾਂ ਦੀਨ ਕਬੂਲ ਕਰ ਲੋਗੇ ਤੇ ਅਸੀਂ ਤੁਹਾਨੂੰ ਬਰੀ ਕਰ ਦਾਂਗੇ, ਉੱਚੀ ਜਾਗੀਰਾਂ, ਉਹਦੇ ਮਾਲੋ ਮਾਲ ਤੁਹਾਨੂੰ ਕਰ ਦੇਵਾਂਗੇ। ਇਹ ਆਪਸ਼ਨ ਸੀ। ਪਰ ਕਮਾਲ ਦੀ ਗੱਲ ਹੈ, ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਸਿੱਖਾ, ਜ਼ਿੰਦਗੀ ਦੇ ਵਿੱਚ ਤੂੰ ਸਿਧਾਂਤ ਦੇ ਪ੍ਰਤੀ ਨਹੀਂ ਡੋਲਣਾ। ਭਾਵੇਂ ਤੈਨੂੰ ਸਰੀਰ ਤੇ ਕਿਤਨੇ ਵੀ ਕਸ਼ਟ ਆ ਜਾਣ। ਇਹ ਨਹੀਂ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਹਨਾਂ ਨੇ ਸਿੱਧਾ ਜਾ ਕੇ ਤੱਤੀ ਤਵੀ ਤੇ ਬਿਠਾਇਆ, ਤਸੀਹੇ ਦਿੱਤੇ, ਪਹਿਲਾਂ ਬੜੇ ਲਾਲਚ ਵੀ ਦਿੱਤੇ। ਪਰ ਸਾਧ ਸੰਗਤ, ਮੈਂ ਪਹਿਲਾਂ ਕਿਹਾ ਹੈ, ਇਤਿਹਾਸ ਕੋਈ ਅਮੀਰੀ ਜਾਂ ਪੈਸੇ ਜਾਂ ਰਿਸ਼ਵਤ ਕਰਕੇ ਇਤਿਹਾਸ ਨਹੀਂ ਬਣੇ। ਇਹ ਗੱਲ ਵੱਖਰੀ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਸੰਗਤਾਂ ਤੱਕ ਪਹੁੰਚਾ ਨਹੀਂ ਸਕੇ। ਜਿਨ੍ਹਾਂ ਦੇ ਇਤਿਹਾਸ ਖਤਮ ਹੋ ਜਾਂਦੇ ਨੇ, ਜਿਹੜੇ ਇਤਿਹਾਸ ਨਹੀਂ ਸੁਣਾਉਂਦੇ, ਉਹ ਕੌਮਾਂ ਵੀ ਮੁੱਕ ਜਾਂਦੀਆਂ ਨੇ। ਦੇਖੋ, ਸੁਣਨ ਵਾਲਿਆਂ ਦੀ ਕਮੀ ਅੱਜ ਵੀ ਨਹੀਂ ਹੈ। ਅਸੀਂ ਸਾਰੇ ਉਸ ਗੁਰੂ ਘਰ ਦੇ ਪ੍ਰਚਾਰਕ ਹਾਂ। ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਕਹਿੰਦਾ ਬੜਾ ਮਤਲਬ ਕਿ ਉਸਨੇ ਇਹ ਗੱਲ ਲਿਖੀ ਕਿ ਸੰਸਾਰ ਤੇ ਸਾਰਾ ਸੁਣ ਰਿਹਾ ਸੀ, बड़े शौक से सुन रहा था जमाना, मगर हम ही सो गए दास्तान कहते कहते। असी सो गए, फिर उस सुनन वाले दा की फिर दोष है। तो साध संगत, साडा ये लासीनी इतिहास जो सुनहरी इतिहास दे पन्नियां ते लिखिया है, भावें गुरु अर्जन देव महाराज की शहीदी, गुरु तेग बहादुर बाबा जी की, साहिबजादियां की शहीदी, बाबा बंदा सिंह बहादुर जी की, बाबा दीप सिंह जी की, भाई मणि सिंह, भाई तारू सिंह, बहुत अनेक नाम ने। और अज तक शहादतां ये इतिहास रच के ये कौम अगे चल रही है। और यही कारण है, गिनती घट होने के बावजूद भी इस संसार दे विच अज भी हर एक वर्ल्ड दे विच इस सिख कौम नू, सिख धर्म नू अज कोई सलूट करता है। हो सकता है ईर्खावादी या कोई जैलस करन वाले, भावें वो अंदरों वैर कमा रहे ने, पर उन्हां नू ये पता जरूर है ये मरजीवड़ी कौम है। ये समान ते सिद्धांत नू अगे रख के अपनियां जानां भी वार सकते हैं, अपने सीस तली ते भी रख सकते हैं, ते अपने जो संसार दे विच विचरदियां सब कुछ वारन की समर्था भी रखते हैं। तो ये जिक्र मैं तां कीता है कि अज धन धन बाबा बंदा सिंह जी बहादुर दा शहीदी दिहाड़ा है। सो उन्हां दा इतिहास बहुत ही लंबा है। मैं 30-35 मिनट या 20 मिनट इतिहास नूं नहीं दस सकदा, पर महाराज की कृपा दे सदके
ਅੱਜ ਤਿੰਨ ਵਿਚਾਰਾਂ ਹਨ, ਇੱਕ ਅੱਜ ਹੁਣ, ਇੱਕ 11 ਵਜੇ ਤੇ ਇੱਕ ਸ਼ਾਮ ਦੇ ਦੀਵਾਨਾਂ ਵਿੱਚ। ਸੋ ਕੋਸ਼ਿਸ਼ ਹੋਏਗੀ ਕਿ ਪੂਰੇ ਇਤਿਹਾਸ ਨੂੰ ਜਿਤਨੀ ਮਹਾਰਾਜ ਨੇ ਸੋਝੀ ਬਖਸ਼ੀ ਹੈ, ਜੋ ਵਿਦਵਾਨਾਂ ਪਾਸੋਂ, ਜੋ ਮਹਾਂਪੁਰਖਾਂ ਪਾਸੋਂ ਸੁਣ ਕੇ ਆਪ ਜੀ ਦੇ ਸਨਮੁਖ ਰੱਖਣੀ ਹੈ। ਆਪ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਮਨ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਤੱਕ ਸਮਾਂ ਹੋਏਗਾ ਅਸੀਂ ਉੱਥੇ ਵਿਚਾਰ ਨੂੰ ਸੰਕੋਚ ਲਵਾਂਗੇ। ਉਸ ਤੋਂ ਬਾਅਦ ਫਿਰ ਅਗਾਂਹ ਦੀਵਾਨਾਂ ਵਿੱਚ ਅਸੀਂ ਸਾਂਝ ਕਰਾਂਗੇ। ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਜੋ ਸਿੱਖ ਧਰਮ ਦੇ ਪਹਿਲੇ ਜਰਨੈਲ ਹੋਏ ਨੇ। ਜੇ ਆਰੰਭਤਾ ਉਹਨਾਂ ਦੀ ਲਈਏ ਤੇ ਸਾਧ ਸੰਗਤ, ਇਹਨਾਂ ਦਾ ਜਨਮ ਰਾਜਪੂਤ ਘਰਾਣੇ ਵਿੱਚ ਹੋਇਆ ਸੀ, ਜਿਹਦੇ ਵਿੱਚ ਇਹ ਸਮਝ ਲਓ ਕਿ ਸ਼ਸਤਰ ਰੱਖਣੇ, ਸ਼ਿਕਾਰ ਕਰਨੇ ਬੜੇ ਵੱਡੇ ਵੱਡੇ ਸ਼ੌਂਕ ਸੀ ਪਰਿਵਾਰ ਦੇ, ਔਰ ਸ਼ਾਹੀ ਪਰਿਵਾਰ ਸੀ। ਇਹਨਾਂ ਦਾ ਜਨਮ 27 ਅਕਤੂਬਰ, ਕਿੱਥੇ 16 ਵੀ ਆਇਆ ਹੈ, ਚਲੋ ਅਸੀਂ ਉਸ ਕੰਟਰੋਵਰਸੀ ਨਹੀਂ ਪੈਣਾ। 1670 ਵਿਖੇ ਪੁੰਛ ਇਲਾਕਾ ਹੈ ਜੋ ਜ਼ਿਲ੍ਹਾ ਰਜੌਰੀ ਕਸ਼ਮੀਰ ਦੇ ਵਿਖੇ, ਉੱਥੇ ਇਹ ਰਾਮਦੇਵ ਜੀ ਦੇ ਘਰ ਇਹਨਾਂ ਦਾ ਜਨਮ ਹੋਇਆ। ਪਰਿਵਾਰ ਨੇ ਨਾਮ ਰੱਖਿਆ ਲਛਮਣ ਦਾਸ। ਬਹੁਤ ਇਤਿਹਾਸ ਪੜ੍ਹਨ ਤੋਂ ਬਾਅਦ, ਵਿਦਵਾਨਾਂ ਪਾਸੋਂ ਸੁਣਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਉਹਨਾਂ ਦਾ ਕੋਈ ਭੈਣ ਭਰਾ ਨਹੀਂ ਸੀ, ਭਾਵ ਇਕੱਲੇ ਹੀ ਸਨ। ਜੇ ਹੋਵੇਗਾ ਤੇ ਇਸ ਬਾਰੇ ਇਤਿਹਾਸ ਵਿੱਚ ਕੋਈ ਸਬੂਤ ਨਹੀਂ ਮਿਲਦਾ। ਸਾਧ ਸੰਗਤ, ਇਹ ਸਨ 1670 ਵਿੱਚ ਜਦ ਇਹਨਾਂ ਦਾ ਜਨਮ ਹੋਇਆ, ਪਰਿਵਾਰ ਨੇ ਖੁਸ਼ੀਆਂ ਮਨਾਈਆਂ। ਔਰ ਇਸ ਲਛਮਣ ਦਾਸ ਨੂੰ ਬਹੁਤ ਪਰਿਵਾਰ ਪਿਆਰ ਵੀ ਕਰਦਾ ਸੀ, ਕਿਉਂਕਿ ਇਕੱਲੀ ਸੰਤਾਨ ਸੀ। ਉਮਰ ਹੋਈ ਇਹਨਾਂ ਦੀ 14 ਸਾਲ ਦੀ, ਕਰੀਬ 1684 ਦੀ ਗੱਲ ਹੈ। ਅਕਸਰ ਪਿਤਾ ਨਾਲ ਸ਼ਿਕਾਰ ਖੇਡਣ ਜਾਂਦੇ ਸਨ। ਮੈਂ ਪਹਿਲਾਂ ਕਿਹਾ ਸ਼ੌਂਕ ਹੈ ਰਾਜਪੂਤਾਨੇ ਘਰਾਂ ਦਾ ਕਿ ਘੋੜੇ ਰੱਖਣੇ। ਉਸ ਵੇਲੇ ਘੋੜੇ ਸਵਾਰੀ ਹੁੰਦੀ ਸੀ, ਹਾਥੀ ਹੁੰਦੀ ਸੀ, ਊਂਠ ਹੁੰਦੇ ਸਨ। ਅੱਜ ਕੱਲ੍ਹ ਤੇ ਖੈਰ ਗੁਰੂ ਮਹਾਰਾਜ ਦੇ ਸਮੇਂ ਵੀ ਇਹ ਸਾਰੀਆਂ ਜ਼ਿਕਰ ਵੀ ਆਏ ਹਨ, ਜੋ ਸਵਈਏ ਤੁਸੀਂ ਪੜ੍ਹਦੇ ਹੋ, ਭਾਵ ਕਿ ਉਸ ਸਮੇਂ ਇਹ ਸ਼ਾਹੀ ਸਵਾਰੀਆਂ ਸਨ। ਅੱਜ ਕੱਲ੍ਹ ਗੱਡੀਆਂ ਆ ਗਈਆਂ ਹਨ ਕਰੋੜਾਂ ਦੀਆਂ, ਉਹ ਉਸ ਸਮੇਂ ਦੇ ਮੁਤਾਬਕ ਹੈ। ਤਾਂ ਉਸ ਵੇਲੇ ਘੋੜੇ, ਹਾਥੀ, ਸ਼ਾਹੀ ਸਵਾਰੀਆਂ ਹੁੰਦੀਆਂ ਸਨ, ਤੇ ਇਹ ਪਿਤਾ ਦੇ ਨਾਲ ਸ਼ਿਕਾਰ ਖੇਡਣ ਜਾਂਦੇ ਸਨ। ਤਾਂ 14 ਸਾਲ ਦੀ ਉਮਰ ਸੀ। ਇੱਕ ਵਾਰੀ ਕੁਝ ਸਾਥੀਆਂ ਦੇ ਨਾਲ ਬਿਨਾਂ ਪਿਤਾ ਤੋਂ ਇਹ ਸ਼ਿਕਾਰ ਖੇਡਣ ਘਰੋਂ ਨਿਕਲੇ ਹਨ, ਤੇ ਸ਼ਿਕਾਰ ਖੇਡਦੇ ਖੇਡਦੇ ਕੀ ਦੇਖਿਆ ਕਿ ਸਾਹਮਣੇ ਇੱਕ ਮਿਰਗ ਨਹੀਂ ਕਹਿ ਲਓ, ਹਿਰਨ ਕਹਿ ਲਓ, ਜਦ ਨਜ਼ਰ ਪਈ ਤੇ ਉਹਨਾਂ ਨੇ ਆਪਣੇ ਕਮਾਨ ਦੇ ਵਿੱਚੋਂ ਤੀਰ ਕੱਢਿਆ। ਲਛਮਣ ਦਾਸ ਨੇ, ਛੋਟੀ ਉਮਰ ਸੀ, ਜਿਉਂ ਹੀ ਮਾਰਿਆ ਤੀਰ, ਤੇ ਸਾਧ ਸੰਗਤ ਹੋਇਆ ਕਿ ਉਹ ਤੀਰ ਆ ਕੇ ਸਿੱਧਾ ਹਿਰਨੀ ਦੇ ਪੇਟ ਦੇ ਵਿੱਚ ਵੜਿਆ। ਔਰ ਤੀਰ ਵੀ ਐਸਾ ਸੀ, ਕਈ ਤੀਰ ਐਸੇ ਬਣੇ ਹੁੰਦੇ ਨੇ, ਮਹਾਰਾਜ ਦੀ ਗੁਰਬਾਣੀ ਵਿੱਚ ਵੀ ਆਉਂਦਾ ਨਾ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਤੀਰ ਅਣਿਆਲੇ ਅਣੀਆਂ ਤੀਰ ਹੁੰਦਾ ਇੱਕ, ਜਿਹੜਾ ਅੱਗੋਂ ਤਿਕੋਣਾ ਜਿਹਾ ਬਣਿਆ ਹੁੰਦਾ ਤੀਰ ਦੇ ਅੱਗੇ ਦੇਖੋ, ਔਰ ਉਹਦੀ ਸ਼ੇਪ ਇਸ ਤਰ੍ਹਾਂ ਅਣੀਆਂ ਕਰੇ ਬਣੀ ਹੁੰਦੀ ਹੈ ਕਿ ਤਿੱਖੀ ਬਣੀ ਹੁੰਦੀ ਹੈ। ਉਹ ਗੁਰਬਾਣੀ ਦੇ ਅੰਦਰ ਮਹਾਰਾਜ ਸਾਨੂੰ ਬਾਣੀ ਪ੍ਰਤੀ ਕਹਿ ਰਹੇ ਹਨ, ਪਰ ਮੈਂ ਤੁਹਾਨੂੰ ਦੁਨਿਆਵੀ ਗੱਲ ਇਸ ਕਰਕੇ ਕਹਿ ਰਿਹਾ ਕਿ ਮਹਾਰਾਜ ਨੇ ਉਦਾਹਰਨ ਦਿੱਤਾ ਉਸ ਕਰਕੇ। ਤੋ ਅਣੀਆਂ ਤੀਰ, ਜਦ ਉਹ ਤੀਰ ਮਾਰਿਆ, ਉਹ ਤੀਰ ਐਸਾ ਸੀ ਕਿ ਹਿਰਨੀ ਨੂੰ ਪੇਟ ਪਾੜਦੇ ਹੋਏ, ਕਿਉਂਕਿ ਉਹ ਤੀਰ ਤਿੱਖਾ ਸੀ, तो पाड़ते हुए पेट पाड़ के तो तीर पार हो गया, पेट उदा फट गया, थां ते मिरगनी दी मौत हो गई। ये देख रहे सी लक्ष्मण दास, की वेख्या जदों पेट फटिया तो वो सी प्रैगनेंट, ਉਹਦੇ ਢਿੱਡ ਵਿੱਚ 2 ਬੱਚੇ ਸਨ, ਉਹ ਵੀ ਤੜਫ ਤੜਫ ਕੇ ਜਾਨ ਦੇ ਗਏ।
ਹੁਣ ਇਹ ਜਦ ਚੀਜ਼ ਵੇਖੀ, ਮੈਂ ਤੁਹਾਨੂੰ ਇੰਨਾ ਸੌਖੇ ਸਰਲ ਤਰੀਕੇ ਨਾਲ ਮੈਂ ਸਾਂਝ ਕਰਨਾ ਚਾਹੁੰਦਾ ਕਿ ਸਾਡੇ ਰਹਿੰਦੇ ਸਵਾਸਾਂ ਤੱਕ ਇਤਿਹਾਸ ਸਾਨੂੰ ਭੁੱਲ ਨਾ ਸਕੇ। ਤੇ ਜੇ ਮੈਨੂੰ ਜਲਦੀ ਜਲਦੀ ਸੁਣਾਵਾਂਗਾ ਤੇ ਫਿਰ ਮੈਂ ਸਾਰਾ ਇਤਿਹਾਸ ਹੀ 10 ਮਿੰਟ ਹੀ ਸੁਣਾਇਆ ਜਾ ਸਕਦਾ ਹੈ। ਮੈਂ ਚਾਹੁੰਦਾ ਸੀ ਇਹਦੇ 'ਚੋਂ ਰਸ ਲੈ ਕੇ ਤੇ ਇਹ ਚੀਜ਼ ਅਸੀਂ ਤੱਤ ਕੱਢਣਾ ਹੈ ਕਿ ਇੱਕ ਜਰਨੈਲ ਦਾ ਜੀਵਨ ਵਿੱਚ ਬਦਲਾਵ ਕਿਵੇਂ ਆਉਂਦੇ ਹਨ। ਤੇ ਉਸ ਨੂੰ ਜਦ ਇਹ ਵੇਖਿਆ ਤੇ ਉਹ ਬਹੁਤ ਜ਼ਿਆਦਾ ਉਹਨੇ ਮਨ 'ਤੇ ਅਸਰ ਕੀਤਾ। ਇਹਨੂੰ ਕਹਿ ਲਓ ਕਿ ਉਹ ਇੱਕ ਬੈਰਾਗ ਅਵਸਥਾ ਵਿੱਚ ਆ ਗਿਆ, ਉਪਰਾਮ ਹੋ ਗਿਆ ਔਰ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਲੱਗ ਪਿਆ ਲਛਮਣ ਦਾਸ ਕਿ ਇਹ ਮੈਂ ਕੰਮ ਜਿਹੜਾ ਕੀਤਾ ਹੈ ਮਾੜਾ ਕੀਤਾ ਹੈ। ਘਰ ਆਇਆ, ਪਿਤਾ ਨੇ ਕਿਹਾ, ਪੁੱਛਿਆ, ਉਦਾਸ ਹੈ। ਕਹਿੰਦਾ ਜੀ ਅੱਜ ਮੇਰੇ ਕੋਲੋਂ ਹੀਰਨੀ ਮਰੀ ਹੈ, ਪਰ ਉਹਦੇ 2 ਬੱਚੇ ਸਨ, ਉਹ ਵੀ ਮਰ ਗਏ। ਬੱਚਿਆ ਅਸੀਂ ਰਾਜਪੂਤ ਹਾਂ, ਰਾਜਪੂਤ ਘਰਾਣੇ ਦੇ ਹਾਂ, ਜੇ ਸ਼ਿਕਾਰ ਖੇਡਣ ਜਾਵਾਂਗੇ ਤੇ ਕੋਈ ਨਾ ਕੋਈ ਤੇ ਮਰੇਗਾ ਹੀ। ਮਾਰਨ ਦਾ ਮਤਲਬ ਹੀ ਇਹੀ ਹੋਈ ਹੈ ਤੇ ਉਹਨੇ ਫਿਰ ਤੜਫ ਤੜਫ ਕੇ ਵੀ ਮਰਨਾ ਹੈ। ਦੇਖੋ ਮੌਤ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਅਸੀਂ ਆਮ ਤੌਰ 'ਤੇ ਸਾਡੀ ਕਹਾਵਤ ਵੀ ਹੈ ਕਿ ਜਿਸ ਤਰ੍ਹਾਂ ਕਹਿੰਦੇ ਨਾ ਵੀ ਕੁੱਤੇ ਦੀ ਤਰ੍ਹਾਂ ਮੌਤ ਹੋਣੀ ਚਾਹੀਦੀ। ਕਈ ਵਾਰੀ ਦੇਖੋ ਰੋਡ 'ਤੇ ਕੁੱਤਾ ਮਰਦਾ ਨਾ, ਉੱਤੋਂ ਗੱਡੀ ਲੰਘ ਜਾਂਦੀ, ਕਿਵੇਂ ਤੜਫ ਕੇ ਮਰਦਾ ਹੈ। ਇਸ ਤਰ੍ਹਾਂ ਹੀ ਜਿਹੜੇ ਵਿਕਾਰਾਂ ਦੇ ਵਿੱਚ ਆਪਣੇ ਜੀਵਨ ਨੂੰ ਗਲਤਾਨ ਕਰਦੇ ਨੇ, ਉਹ ਵੀ ਆਤਮਿਕ ਤੌਰ 'ਤੇ ਇਸ ਤਰ੍ਹਾਂ ਦੀ ਮੌਤ ਮਰਦੇ ਨੇ, ਤੜਫ ਤੜਫ ਕੇ। ਉਹ ਮੌਤ ਐਸੀ ਹੈ ਜਿਹਦਾ ਸੰਸਾਰ ਦੇ ਵਿੱਚ ਦੁਨਿਆਵੀ ਡਾਕਟਰਾਂ ਕੋਲ ਇਲਾਜ ਨਹੀਂ ਹੁੰਦਾ। ਤੋ ਪਿਤਾ ਨੇ ਬਹੁਤ ਸਮਝਾਇਆ, ਪਰ ਮਨ ਦੀ ਗੱਲ, ਮਨ ਦੇ ਉੱਤੇ ਚੋਟ ਵੱਜ ਗਈ। ਆਪਣੇ ਕਰਮਾਂ ਨੂੰ ਕੋਸਣ ਲੱਗ ਪਏ ਕਿ ਇਹ ਲਛਮਣ ਦਾਸ ਤੂੰ ਕੰਮ ਬੜਾ ਮਾੜਾ ਕਰ ਆਇਆ ਹੈ। ਇਹ ਅਣੀਆਂ ਤੀਰ ਐਸਾ ਲੱਗਿਆ, ਉਹ ਮਾਨੋ ਹਿਰਨ ਨੂੰ ਨਹੀਂ ਲੱਗਿਆ, ਉਹ ਜਾ ਕੇ ਲਛਮਣ ਦਾਸ ਦੇ ਹਿਰਦੇ ਦੇ ਵਿੱਚ ਜਾ ਕੇ ਲੱਗਿਆ। ਕੁਦਰਤੀ ਉਹ ਦਿਨਾਂ ਦੇ ਵਿੱਚ ਇੱਕ ਮੰਡਲੀ ਲੈ ਕੇ ਕੋਈ ਸਾਧੂ ਜਾਨਕੀ ਦਾਸ ਆ ਰਹੇ। ਇਹ ਸਭ ਨਾਮ ਯਾਦ ਰੱਖਣਾ, ਅੱਗੇ ਚੱਲ ਕੇ ਵਿਚਾਰਾਂ ਦੇ ਵਿੱਚ ਇਹ ਸਭ ਨਾਮ ਅੱਗੇ ਫਿਰ ਆਉਣਗੇ। ਤੋ ਜਦ ਉਹ ਬੰਦਾ ਸੀ ਜਾਨਕੀ ਦਾਸ, ਜਿਸ ਤਰ੍ਹਾਂ ਅੱਜ ਵੀ ਤੁਸੀਂ ਸਵੇਰੇ ਦੇਖੋ, ਪੁਰਾਤਨ ਅਸੀਂ ਬਹੁਤ ਛੋਟੇ ਹੁੰਦੇ ਸਾਂ ਤੇ ਸਵੇਰੇ 5-6 ਵਜੇ 4 ਵਜੇ 4-5 ਸਾਧੂ 7 ਸਾਧੂ ਆ ਕੇ ਹੱਥ 'ਚ ਵਾਜਾ ਤੇ ਢੋਲਕੀ ਫੜੀ ਹੋਈ ਤੇ ਭਜਨ ਕਰਦੇ ਹੋਏ ਪਰਮਾਤਮਾ ਦੇ ਗਲੀਆਂ ਵਿੱਚੋਂ ਨਿਕਲਦੇ ਰਹਿੰਦੇ ਸਨ। ਇਹ ਪੁਰਾਤਨ ਇੱਕ ਰੀਤ ਚਲਦੀ ਆ ਰਹੀ ਸੀ, ਅੱਜ ਕੱਲ੍ਹ ਘਟ ਗਈ ਹੈ। ਚਲੋ ਜਦੋਂ ਭਾਈ ਜਾਨਕੀ ਦਾਸ ਪੂਰੇ ਜਥੇ ਨਾਲ ਉਸ ਇਲਾਕੇ ਵਿੱਚੋਂ ਲੰਘ ਰਿਹਾ ਸੀ, ਉਹਨਾਂ ਦੀਆਂ ਵਿਚਾਰਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਤੇ ਘਰ ਛੱਡ ਕੇ ਜਾਨਕੀ ਦਾਸ ਦੇ ਨਾਲ ਹੀ ਟੁਰ ਪਿਆ। ਕੁਝ ਦੂਰ ਹੀ ਤੇ ਜਦ ਨਾਲ ਗਿਆ, ਉਮਰ ਛੋਟੀ ਸੀ, ਜਾਨਕੀ ਦਾਸ ਵੀ ਭਾਲ ਰਿਹਾ ਸੀ ਕੋਈ ਐਸੇ ਬੱਚੇ ਮਿਲਣ। ਠੀਕ ਹੈ, ਉਹਨਾਂ ਨੇ ਵੀ ਘਰ-ਬਾਰ ਗ੍ਰਸਤ ਤਿਆਗੇ ਹੁੰਦੇ ਨੇ ਤੇ ਉਹ ਚਾਹੁੰਦੇ ਨੇ ਕਿ ਸਾਡੇ ਵਰਗਾ ਵੀ ਬਣੇ ਕੋਈ, ਪਰ ਗੁਰੂ ਨਾਨਕ ਦੇ ਘਰ ਦਾ ਇਹ ਮਾਰਗ ਨਹੀਂ ਹੈ। ਗ੍ਰਸਤ ਨੂੰ ਤਿਆਗਣਾ ਇਹ ਮਾਰਗ ਨਹੀਂ ਹੈ ਸਾਧ ਸੰਗਤ। ਉਸ ਵੇਲੇ ਉਹ ਆਪਣੇ ਡੇਰੇ ਲੈ ਗਿਆ ਜਾਨਕੀ ਦਾਸ ਲਛਮਣ ਦਾਸ ਨੂੰ। ਉਹਨੇ ਇੱਕ ਮਨ ਵਿੱਚ ਵਿਚਾਰ ਲਿਆਈ, ਇਹ ਰਾਜਪੂਤ ਘਰਾਣੇ ਦਾ, ਇਹਦੇ ਮਾਤਾ ਪਿਤਾ ਕਦੀ ਵੀ ਆ ਸਕਦੇ ਨੇ, ਇਹਦਾ ਨਾਮ ਮੈਂ ਚੇਂਜ ਕਰ ਦੇਵਾਂ, ਕਿਉਂਕਿ ਜੇ ਨਾਮ ਚੇਂਜ ਨਾ ਹੋਇਆ ਲਛਮਣ ਦਾਸ ਸਮਝ ਕੇ ਸਾਰਾ ਕੋਈ ਨਾ ਕੋਈ ਇਹ ਫਿਰ ਚਲੇ ਜਾਏਗਾ। ਤੇ ਕਈ ਸਾਧੂ ਲੋਕ ਪ੍ਰਭਾਵਿਤ ਕਰਕੇ ਵੀ ਬੰਦਿਆਂ ਨੂੰ ਨਾਲ ਆਪਣੀ ਭੀੜ ਇਕੱਠੀ ਕੀਤੀ ਹੁੰਦੀ ਹੈ, ਕੋਈ ਬਾਹਰਲੇ ਪਿਲਾਵੇ ਕਰਕੇ, ਬਾਹਰਲੀਆਂ ਗੱਲਾਂ ਕਰਕੇ ਮਿੱਠੀਆਂ, ਤੇ ਐਸੇ ਬੰਦਿਆਂ ਨੂੰ ਵੀ ਜੋੜਿਆ ਹੁੰਦਾ ਹੈ। ਪਰ ਗੁਰੂ ਨਾਨਕ ਦੇ ਘਰ ਦਾ ਮਿਸ਼ਨ ਐਸਾ ਨਹੀਂ ਹੈ। ਜਿਹੜਾ ਵੀ ਤੁਹਾਨੂੰ ਕੋਈ ਆਪਣੇ ਨਾਲ ਜੋੜੇ ਉਹ ਗੁਰੂ ਦਾ ਲਾਲ ਨਹੀਂ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦਾ ਹੈ ਉਹ ਵੱਡਾ ਸਿੱਖ ਹੈ। ਤੋ ਉਸ ਵੇਲੇ ਉਸਨੇ ਨਾਮ ਉਹਦਾ ਚੇਂਜ ਕੀਤਾ ਤੇ ਮਾਧੋ ਦਾਸ ਰੱਖ ਦਿੱਤਾ। ਜਦ ਨਾਮ ਰੱਖਿਆ ਤੇ ਹੁਣ ਨਾਲ ਉਸ ਡੇਰੇ ਵਿੱਚ ਲੈਣ ਲੱਗਿਆ, ਪਰ ਉਹਦੀ ਇੱਕ ਮਨਸਾ ਸੀ ਕਿ ਜਿਹੜਾ ਉਹਨੂੰ ਸ਼ੰਕਾ ਸੀ, ਅੰਦਰ ਸਹਿਜ ਨਹੀਂ ਸੀ, ਸ਼ਾਂਤੀ ਨਹੀਂ ਸੀ, ਆਤਮਿਕ ਅਡੋਲਤਾ ਨਹੀਂ ਸੀ, ਮੈਂ ਕਹਾਂ
ਉਹ ਚੀਜ਼ ਉਹਨੂੰ ਮਿਲੀ ਨਹੀਂ ਉੱਥੋਂ। ਦੇਖੋ ਕਈ ਵਾਰੀ ਤੁਸੀਂ ਵੀ ਗੁਰਦੁਆਰੇ ਜਾਓ, ਤੁਹਾਨੂੰ ਅੰਦਰ ਸ਼ਾਂਤੀ ਨਾ ਮਿਲੇ, ਤੁਸੀਂ ਕਹਿੰਦੇ ਕੁਝ ਨਾ ਕੁਝ, ਜਾਂ ਤੇ ਮੈਂ ਤਾਂ ਕਹਾਂਗਾ ਨਹੀਂ ਬਾਣੀ 'ਚ ਗਲਤੀ ਹੈ, ਫਿਰ ਆਪਣੇ ਮਨ ਨੂੰ ਟਟੋਲੋ ਭਾਈ, ਅਸੀਂ ਕਿੱਥੇ ਗਲਤ ਹਾਂ ਜਿਹੜੀ ਮਨ ਦੇ ਵਿੱਚ ਟਿਕਾਵ ਨਹੀਂ ਆ ਰਿਹਾ। ਤੇ ਉਸ ਵੇਲੇ 1 ਸਾਲ ਰੁਕਿਆ ਉੱਥੇ, ਪਰ ਉਹਨੂੰ ਉਹਦਾ ਮਨ ਦਾ ਟਿਕਾਵ ਨਹੀਂ ਮਿਲਿਆ। ਆਪਣੇ ਜਿਸ ਕਾ ਮਨਸ਼ਾ ਕਰਕੇ ਘਰੋਂ ਨਿਕਲਿਆ ਹੈ, ਹਾਲਾਂਕਿ ਘਰ ਵਾਲਿਆਂ ਨੇ ਵੀ ਢੂੰਡਿਆ, ਪਰ ਪੂਰੇ ਇਤਿਹਾਸ ਵਿੱਚ ਫਿਰ ਮਾਤਾ ਪਿਤਾ ਦਾ ਮੇਲ ਨਹੀਂ ਹੋਇਆ। ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ, ਫਿਰ ਉਸ ਤੋਂ ਬਾਅਦ ਸ਼ਹਾਦਤ ਤੱਕ, ਫਿਰ ਮਾਧੋ ਦਾਸ ਨੂੰ, ਭਾਵ ਬੰਦਾ ਸਿੰਘ ਜੀ ਬਹਾਦਰ ਨੂੰ, ਫਿਰ ਉਹ ਮੇਲ ਨਹੀਂ ਹੋਇਆ ਪਰਿਵਾਰ ਦੇ ਨਾਲ। ਤੋ ਘਰ-ਬਾਰ ਛੱਡਿਆ, ਸਾਲ ਰਿਹਾ, ਨਹੀਂ ਹੋਇਆ। ਇੱਕ ਲਾਹੌਰ ਵਿੱਚ ਮੇਲਾ ਲੱਗਿਆ, ਜਿਸ ਮੇਲੇ ਵਿੱਚ ਬੜੇ ਬੜੇ ਸਾਧੂ ਆਉਂਦੇ ਸਨ। ਉੱਥੇ ਜਾ ਕੇ ਜਾਨਕੀ ਦਾਸ ਵੀ ਇਹ ਮਾਧੋ ਦਾਸ ਨੂੰ ਨਾਲ ਲੈ ਗਿਆ, ਤੇ ਉੱਥੇ ਬਹੁਤ ਸਾਧੂ ਆਏ ਸੀ, ਵਿਚਾਰਾਂ ਚੱਲ ਰਹੀਆਂ ਸੀ, ਕਿਉਂਕਿ ਸਾਧੂਆਂ ਦੇ ਮੇਲੇ ਲੱਗਦੇ ਨੇ ਹਰ ਸਾਲ, ਔਰ ਜਿੱਥੇ ਵੱਡੇ ਵੱਡੇ ਸਾਧੂ ਹੁੰਦੇ ਨੇ ਉੱਥੇ ਆ ਕੇ ਫਿਰ ਉਸ ਪਰਮਾਤਮਾ ਦੀਆਂ ਧਾਰਮਿਕ ਵਿਚਾਰਾਂ ਕਰਕੇ ਆਪਣੇ ਆਪ ਨੂੰ, ਜੋ ਉਹਨਾਂ ਦਾ ਇਤਿਹਾਸ ਹੈ। ਤਾਂ ਉਸ ਵੇਲੇ ਫਿਰ ਜਦ ਇੱਕ ਸ਼ਰੀਰ ਸੀ ਜਿਹਦਾ ਨਾਮ ਸੀ ਰਾਮ ਜੀ ਦਾਸ, ਉਹਨੂੰ ਵੇਖ ਕੇ ਲਛਮਣ ਮਾਧੋ ਦਾਸ ਬਹੁਤ ਪ੍ਰਭਾਵਿਤ ਹੋਇਆ, ਤੇ ਉਹਨੇ ਫਿਰ ਮਾफ़ੀ ਮੰਗ ਲਈ ਜਾਨਕੀ ਦਾਸ ਕੋਲੋਂ ਕਿ ਅੱਜ ਤੋਂ ਬਾਅਦ ਮੈਂ ਹੁਣ ਤੁਹਾਡੇ ਕੋਲੋਂ ਮਾफ़ੀ ਮੰਗ ਰਿਹਾ, ਮੈਨੂੰ ਰਾਮ ਜੀ ਦਾਸ ਕੋਲ ਹੀ ਰਹਿਣਾ ਹੈ। ਲਾਹੌਰ ਦੇ ਡੇਰੇ ਦੇ ਵਿੱਚ ਬਹੁਤ ਸਮਾਂ ਰਹੇ। ਇਹ ਦੂਜਾ ਗੁਰੂ ਉਹਨਾਂ ਨੇ ਬਦਲਿਆ, ਪਹਿਲਾ ਗੁਰੂ ਬਣਾਇਆ ਜਾਨਕੀ ਦਾਸ, ਦੂਜਾ ਬਣਾਇਆ ਰਾਮ ਜੀ ਦਾਸ। ਜਦ ਕਾਫੀ ਸਮਾਂ ਇੱਥੇ ਰਹੇ, ਕਿਉਂਕਿ ਕਹਿੰਦੇ ਨੇ ਨਾ ਕਹਾਵਤ ਹੈ ਪੰਜਾਬੀ ਦੀ, ਰਾਹ ਪੇ ਜਾਣੀਏ ਤੇ ਵਾਹ ਪੇ ਜਾਣੀਏ। ਜਦੋਂ ਬੰਦਾ ਕਿਸੇ ਦੇ ਨਾਲ ਰਹਿੰਦਾ ਹੈ ਫਿਰ ਉਸ ਦੇ ਵਿਚਾਰਾਂ ਦਾ ਪਤਾ ਲੱਗਦਾ ਹੈ। ਪਰ ਉਹ ਬਹੁਤ ਸਮਾਂ ਰਿਹਾ, ਉਹ ਵੀ ਵੇਖਿਆ ਇੱਥੇ ਵਿਖਾਵੇ ਦੀ ਖੇਡ ਹੈ, ਪਰ ਅੰਦਰ ਜਿਹੜੀ ਮੇਰਾ ਬੈਰਾਗ ਹੈ ਉਸ ਨੂੰ, ਜਾਂ ਅੰਦਰ ਦੀ ਜਿਹੜੀ ਅਸ਼ਾਂਤੀ ਹੈ, ਉਹ ਮੇਰਾ ਮਨ ਨਹੀਂ ਹਲੇ ਟਿਕ ਰਿਹਾ। ਤੋ ਜਦੋਂ ਵੀ ਗੁਰਬਾਣੀ ਵਿੱਚ ਵੀ ਮਨ ਨਾ ਟਿਕੇ ਨਾ, ਤੇ ਮਨ ਨੂੰ ਜ਼ਰੂਰ ਧਿਆਨ ਰੱਖਿਆ ਕਰੋ ਕਿ ਕਿੱਥੇ ਨਾ ਕਿੱਥੇ ਕੋਈ ਮੇਰੇ ਵਿੱਚ ਕਮੀ ਹੈ, ਜੋ ਮੈਨੂੰ ਬਾਣੀ ਵਿੱਚੋਂ ਰਸ ਨਹੀਂ ਆ ਰਿਹਾ। ਦੇਖੋ ਬਾਣੀ ਵਿੱਚ ਤੇ ਰਸ ਹੈ ਹੀ ਹੈ, ਕੋਈ ਬੱਚਾ ਪੜ੍ਹ ਲੇ, ਕੋਈ ਵੱਡਾ ਰਾਗੀ ਪੜ੍ਹ ਲੇ, ਖੇਡ ਪੜ੍ਹਨ ਵਾਲੇ ਦੀ ਨਹੀਂ ਹੈ, ਖੇਡ ਹੈ ਬਾਣੀ ਦੇ ਵਿੱਚ ਰਸ ਵਾਲੀ ਹੈ। ਤੇ ਉਸ ਵੇਲੇ ਫਿਰ ਉੱਥੋਂ ਦੀ ਵੀ ਨਿਕਲ ਆਏ। ਹੁਣ ਚਲਦੇ ਚਲਦੇ ਇੱਕ ਐਸੀ ਜਗ੍ਹਾ 'ਤੇ ਜਾ ਕੇ, ਲਾਹੌਰ ਤੋਂ ਕਿੱਥੇ ਜਾ ਕੇ ਬਹੁਤ ਸਮਾਂ ਤੈਅ ਕਰਕੇ ਮਾਧੋ ਦਾਸ ਜੀ ਪਹੁੰਚੇ ਪੰਚਵਟੀ ਨਾਸਿਕ। ਇਹ ਮੈਂ ਜ਼ਿਕਰ ਤਾਂ ਕਰ ਰਿਹਾ ਕਿ ਇਹ ਉਹ ਜਗ੍ਹਾ ਹੈ ਜੋ ਗੋਦਾਵਰੀ ਦੇ ਕੰਢੇ ਨਾਂਦੇੜ ਸਾਹਿਬ ਦੇ ਕੋਲ ਹੈ। ਉੱਥੇ ਚਲਾ ਗਿਆ। ਉੱਥੇ ਇੱਕ ਡੇਰਾ ਸੀ ਬਹੁਤ ਵੱਡਾ, ਓਗਣਨਾਥ ਦਾ। ਪਹਿਲਾਂ ਗਏ ਜਾਨਕੀ ਦਾਸ ਕੋਲ, ਫਿਰ ਗਏ ਰਾਮ ਜੀ ਦਾਸ ਕੋਲ, ਹੁਣ ਡੇਰਾ ਸੀ ਓਗਣਨਾਥ ਦਾ। ਪਰ ਇਹ ਡੇਰਾ ਸਾਧ ਸੰਗਤ ਐਸਾ ਸੀ ਜਿਹੜਾ ਕਿ ਰਿੱਧੀਆਂ ਸਿੱਧੀਆਂ ਦੀ ਉਹਨੂੰ ਪ੍ਰਾਪਤੀ ਸੀ। ਇਹ ਉਹਦੇ ਕੋਲ ਗਿਆ, ਕੁਝ ਸਮਾਂ ਰਿਹਾ, ਪਰ ਇੱਕ ਵਿਲੱਖਣਤਾ ਇਹ ਸੀ, ਇਸ ਡੇਰੇ ਦਾ ਜਿਹੜਾ ਮੁਖੀ ਸੀ ਓਗਣਨਾਥ, ਇਹਦੇ ਕੋਲ ਸਾਧ ਸੰਗਤ ਇੱਕ ਡਾਇਰੀ ਸੀ, ਜਿਹਦੇ ਵਿੱਚ ਉਹ ਉਲਟੀਆਂ ਸਿੱਧੀਆਂ, ਜੋ ਰਿੱਧੀਆਂ ਸਿੱਧੀਆਂ ਸਨ, ਇਸ ਤਰ੍ਹਾਂ ਕਹਿ ਲਓ, ਉਹਦੇ ਵਿੱਚ ਉਹ ਸਾਰੀਆਂ ਰਿੱਧੀਆਂ ਸਿੱਧੀਆਂ ਦੀ ਖੇਡ ਉਸ ਵਿੱਚ ਸੀ। ਤੇ ਜਦ ਉਹਨੇ ਇਸ ਚੀਜ਼ ਕੁਝ ਸਮਾਂ ਰਿਹਾ ਉਹਦੇ ਕੋਲ, ਤੇ ਰਿਹਾ ਤੇ ਰਿੱਧੀਆਂ ਸਿੱਧੀਆਂ ਵੱਲ ਧਿਆਨ ਆ ਗਿਆ। ਹੁਣ ਜਿੱਥੇ ਤੇ ਇੱਕ ਮਿਰਗ ਨੂੰ ਮਾਰਨ ਵਾਸਤੇ ਉਹਦਾ ਮਨ ਡੋਲ ਗਿਆ, ਉਹ ਪ੍ਰਾਮ ਵਿੱਚ ਆ ਗਿਆ, ਅੱਜ ਉਸੇ ਵਿੱਚ ਹੀ ਆ ਕੇ, ਡੇਰੇ ਵਿੱਚ ਆ ਕੇ, ਭਲੇ ਭਾਲੇ ਸਾਧੂਆਂ ਨੂੰ ਆ ਕੇ ਉਹਨਾਂ ਦੇ ਉੱਤੇ ਉਹਨਾਂ ਦਾ ਮਜ਼ਾਕ ਉਡਾ ਕੇ ਹੱਸਣ ਵਾਲੀ ਬਿਰਤੀ ਬਣ ਗਈ। ਕਿਉਂਕਿ ਕਹਿੰਦੇ ਨਾ, ਜੈਸਾ ਸੇਵੇ ਤੈਸਾ ਹੋਏ। ਤੁਸੀਂ ਜੇ ਵਜੇ ਗੁਰੂ ਦੇ ਨਾਲ ਲੱਗੋਗੇ ਨਾ, ਉਹ ਕਹਿੰਦੇ ਨੇ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ। ਜਿਨ੍ਹਾਂ ਦਾ ਗੁਰੂ ਅੰਨਾ ਹੋਏਗਾ ਨਾ, ਉਹਦੇ ਜਿਹੜੇ ਸਿੱਖ ਹੋਣਗੇ ਨਾ, ਉਹ ਵੀ ਅੰਧੇ ਕਰਮ ਕਰਨਗੇ।
गुरु जिन्ना का अंधला चेले ना ही ठाओ, यह भी एक पंक्ति है। वो चेले भी ठां नहीं पा सकते क्योंकि जिन्हों का गुरु ही अंधला है। ਤਾਂ ਹੀ महाराज ने देखो असीं बाणी पढ़ने आ, ध्यान नाल पढ़िया करो। सुमणी साहिब की पंक्ति आती है, आप मुकत करे संसार। जिहड़ा आप मुकत होएगा ना वही मुकत कर सकता है। काचे गुर ते मुक्त ना हुआ, जिहड़ा कच्चा गुरु हुंदा ना उहदे कोलों मुक्ति नहीं हो सकती। क्यों? क्योंकि वो आप मुकत नहीं है। तो महाराज कहंदे ने आप मुकत करे संसार। तो गुरु ते ओही है जिन्हों वेख के जिस मिलिए मन होए आनंद, सो सतगुर कहिए। वो गुरु है जिन्हों वेख के मन विच आनंद आ जाए, वो सतगुरु है। सतपुरख जिन जानिया सतगुर तिसका नाम, तिसके संग सिख उदरे नानक हर गुण गाओ। ते ओ गुरु है जिदा मन की दुबदा बिनस जाए, हर परम पद लईए। ਜਿਹੜੇ ਮਨ ਦੀ ਦੁਬਦਾ ਚਲੀ ਜਾਏ। ਪਰ ਸਾਧ ਸੰਗਤ ਕੁਝ ਚਿਰ ਰਿਹਾ ਉਹ ਗਣਨਾਥ ਕੋਲ, ਉਹ ਗੋਦਾਵਰੀ ਦੀ ਨਦੀ ਦੇ ਕੋਲ। ਹੋਇਆ ਕਿ ਨੇਤ ਪਰਮੇਸ਼ਰ ਦੀ ਓਗਣਨਾਥ ਚੜ੍ਹਾਈ ਕਰ ਗਿਆ। ਹੁਣ ਡੇਰੇ ਦਾ ਜਿਹੜਾ ਸਾਰਾ ਮੁਖੀ ਸੀ ਉਹ ਮਾਧੋ ਦਾਸ ਬਣ ਗਿਆ। ਹੁਣ ਜਿੱਤੇ ਸਾਰੀ ਉਮਰ ਚੇਲੇ ਬਣ ਕੇ ਰਿਹਾ ਸੀ, ਅੱਜ ਉਹਦੇ ਚੇਲੇ ਹੋ ਗਏ ਤੇ ਗੁੱਡੀ ਅਸਮਾਨ ਤੇ ਚੜ੍ਹਦਾ ਤੇ ਹੰਕਾਰ ਫਿਰ ਹੋ ਹੀ ਜਾਂਦਾ ਨਾ। पर वो भोला सी, उन्होंने नहीं पता। वो ये चक्कर विच सी कि हुण ते मेरे कोल बड़े चेले ने, आए गए साधुआं नूं। फिर की करदा सी, उहदे कोल एक पलंग सी ते उस पलंग दे उत्ते साध संगत ऐसा सी कि पहला साधु नूं आके आओ भगत करनी, उस पलंग ते बिठाना ते पलंग तो बिठाण तो बाद फिर वो रिधियां सिद्धियां मंत्र पढ़ के उस पलंग नूं उल्टा देना। ते उल्टान तो बाद जदों फिर वो गिरदा सी साधु ते ये ताड़ियां मार के हसदा सी। ये इहदी खेड सी। देखो पहला एक मिरग नूं वेख के वो उपराम विच हो गया ते अज साधुआं दी मजाक उड़ा के ते खुशी पे मनांदा है। ये तो उदों ही बख्शिश होंदी है क्योंकि महाराज कहते ने बिन सतगुर किने ना पायो, बिन सतगुर किने ना पाया। सतगुर विच आप रखियोन कर प्रगट आख सुनाया। पर सच्चे गुरु की जब तक भाल ना होवे, मैं अक्सर बेनती करना असी बहुत भागां वाले हाँ। देखो अगे चल के भाग भी बने बंदा सिंह बहादुर दे। साडे भाग बड़े चंगे ने कि सानू इस तरह के गुरु बदले नहीं पै रहे क्योंकि उन्हें मौत हो जानी है। गुरु साडा कदी मौत महाराज कृपा करन। क्यों? क्योंकि वो जागती जोत है, ना वो मरे ना होवे सोग। क्योंकि गुरु साडा जन्म मरण के गेड़ विच नहीं है, वो तो अजन्मंग है। वो तो जन्म तो आजूनी है, वो जूना विच नहीं आउंदा। तो जिहड़ा जूनिया विच नहीं आंदा असी लड़ लगांगे, असी भी जूनिया विच नहीं आवांगे। तो गुरु महाराज उस वेले उस नादेड़ की धरती ते धन गुरु गोबिंद सिंह महाराज प्यार नाल आखो, रसना नूं पवित्र करो, प्यार नाल आखो धन गुरु गोबिंद सिंह साहिब। फिर आखो धन गुरु गोबिंद सिंह साहिब। उस वेले उस धरती ते सन महाराज ते ओ धरती ते जद महाराज जी विचर रहे सन ते भाई जैत राम दे घरों जद निकले ते जैत राम जी कहते हैं गुरु गोबिंद सिंह महाराज तुसी जाते रहे हो, सब जगह जाओ, तुसी तारन आए हो, पर मैं एक गल तुहानूं चेते च दिला दियां क्योंकि तुसी हो बादशाह दरवेश, तुहानूं दूजे तीजे बंदियां नाल मतलब नहीं है। तुसी जिथे मर्जी जाओ मुबारक है, तुहाडी सारा संसार तुहाडा है। पर एक गल याद रखना गुरु गोबिंद सिंह महाराज, तुसी माधो दास के डेरे विच नहीं जाना। महाराज कहते हैं वो ऐसी किहड़ी गल है? कहते हैं एक गल बस याद रखो, जे कदी चले भी गए, जे कदी चले भी गए
ਉਸ ਦੇ ਡੇਰੇ ਵਿੱਚ ਜਾ ਕੇ ਉਸ ਦੇ ਤਖਤ ਤੇ ਨਹੀਂ ਬਹਿਣਾ ਤੁਸੀਂ। ਮਹਾਰਾਜ ਕਹਿੰਦੇ ਨੇ ਉਹ ਕੀ? ਕਹਿੰਦੇ ਜੀ ਉਹ ਐਸੀ ਕਲਾ ਖੇਡਦਾ ਹੈ ਕਿ ਰਿੱਧੀਆਂ ਸਿੱਧੀਆਂ ਨਾਲ ਪਹਿਲਾਂ ਤੁਹਾਨੂੰ ਆਓ ਭਗਤ ਕਰੇਗਾ, ਫਿਰ ਤਖਤ ਤੇ ਬਿਠਾਏਗਾ, ਬਿਠਾਉਣ ਤੋਂ ਬਾਅਦ ਉਹ ਤਖਤ ਉਲਟਾ ਦੇਗਾ ਤੇ ਫਿਰ ਤੁਹਾਡਾ ਮਜ਼ਾਕ ਉਡਾਏਗਾ। ਤੇ ਮੈਂ ਨਹੀਂ ਚਾਹੁੰਦਾ ਮੇਰੇ ਗੁਰੂ ਨੂੰ ਕੋਈ ਐਸਾ ਕਰੇ। ਮਹਾਰਾਜ ਕਹਿੰਦੇ ਕੀ ਕਰਦਾ ਹੈ? ਕਹਿੰਦਾ ਤਖਤ ਪਲਟਾ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਇਹਨਾਂ ਬੰਦਿਆਂ ਦੀ ਤੇ ਮੈਨੂੰ ਲੋੜ ਹੈ ਜਿਹੜਾ ਤਖਤ ਪਲਟਾਏ। ਤੂੰ ਕਹਿ ਰਿਹਾ ਨਾ ਜਾ, ਮੈਨੂੰ ਇਹ ਵਜੇ ਬੰਦਿਆਂ ਦੀ ਤੇ ਮੈਂ ਭਾਲ ਕਰਨ ਵਾਸਤੇ ਇਸ ਧਰਤੀ ਤੇ ਆਇਆ। ਜਦੋਂ ਮਹਾਰਾਜ ਸਾਬੋ ਕੀ ਤਲਵੰਡੀ ਚੱਲੇ ਨਾ ਤੇ ਔਰੰਗਜ਼ੇਬ ਦੇ ਸੱਦੇ ਤੇ ਆਏ ਸਨ ਕਿ ਆਓ ਦੱਖਣ ਦੇ ਵਿੱਚ ਤੇ ਸਾਡੇ ਨਾਲ ਬੈਠ ਕੇ ਗੱਲਬਾਤ ਕਰੋ, ਤੇ ਮਹਾਰਾਜ ਚੱਲ ਪਏ ਸਨ। ਭਾਵੇਂ ਮਹਾਰਾਜ ਨੇ ਜਫਰਨਾਮਾ ਲਿਖਿਆ, ਪਰ ਉਹ ਵਡੇਰੀ ਉਮਰ ਹੋਣ ਕਰਕੇ ਵੀ ਆਪਣੇ ਮਾੜੇ ਕਰਮਾਂ ਕਰਕੇ ਵੀ ਤੜਫ ਤੜਫ ਕੇ ਔਰੰਗਜ਼ੇਬ ਮਹਾਰਾਜ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਉਹਦੀ ਮੌਤ ਹੋ ਗਈ ਤੇ ਸਾਧ ਸੰਗਤ ਉਸ ਵੇਲੇ ਫਿਰ ਮਹਾਰਾਜ ਉਸ ਦੱਖਣ ਤੋਂ ਔਰੰਗਾਬਾਦ ਤੋਂ ਫਿਰ ਨਾਂਦੇੜ ਦੀ ਧਰਤੀ ਵੀ ਆਏ। ਤਾਂ ਉਸ ਵੇਲੇ ਫਿਰ ਮਹਾਰਾਜ ਨੇ ਕਿਹਾ ਮੈਨੂੰ ਇਹ ਵਜੇ ਬੰਦਿਆਂ ਦੀ ਲੋੜ ਹੈ। ਉਹ ਗੋਦਾਵਰੀ ਦੇ ਕੰਢੇ ਹੈ, ਠੀਕ ਹੈ, ਮੈਂ ਉੱਥੇ ਜਾਵਾਂਗਾ, ਮੈਨੂੰ ਇਹ ਵਜੇ ਡੇਰੇ ਵਿੱਚ ਜਾ ਕੇ ਮੈਂ ਉਹਦੇ ਤਖਤ ਨੂੰ ਵੇਖਣਾ ਹੈ। ਮਹਾਰਾਜ ਸਿੰਘਾਂ ਦੇ ਨਾਲ ਗਏ ਉਸ ਡੇਰੇ ਦੇ ਅੰਦਰ। ਬਹੁਤ ਵੱਡਾ ਡੇਰਾ ਸੀ, ਬੜੇ ਸਾਧੂ ਜਨ ਸਨ ਉਹਦੇ ਚੇਲੇ ਚਪਾੜ। ਕਿਉਂਕਿ ਮੈਂ ਵੇਖਿਆ ਜਿਹੜੇ ਝੂਠੇ ਹੁੰਦੇ ਨਾ ਉਹਨਾਂ ਦੇ ਚੇਲੇ ਵੀ ਬੜੇ ਹੁੰਦੇ ਨੇ। ਅੱਜ ਵੀ ਕਈ ਪਖੰਡੀ ਦੰਮੀ ਜਿਨ੍ਹਾਂ ਨੇ ਭੀੜਾਂ ਇਕੱਠੀਆਂ ਕੀਤੀਆਂ ਹੋਈਆਂ ਨੇ, ਪਰ ਆੜ ਗੁਰੂ ਗ੍ਰੰਥ ਸਾਹਿਬ ਦੀ ਹੀ ਲਈ ਹੋਈ ਹੈ। ਮੈਨੂੰ ਖਿਮਾ ਕਰ ਦੇਣਾ। ਝੰਡਾ ਭਾਵੇਂ ਸੱਚ ਦਾ ਲਾ ਦਿੱਤਾ ਹੈ, ਧਿਆਨ ਦੇਣਾ, ਝੂਠ ਦੁਕਾਨ ਜਿਹੜੀ ਉਹ ਝੂਠ ਦੀ ਚੱਲ ਰਹੀ ਹੈ। ਝੰਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਲਾਇਆ ਹੈ, ਪਰ ਦੁਕਾਨ ਝੂਠ ਦੀ ਹੈ। ਮੈਂ ਇੱਥੇ ਇੱਕ ਗੱਲ ਹੋਰ ਕਹਿ ਦੇਵਾਂ, ਜੇ ਗੱਲ ਵਿੱਚ ਆਈਏ ਤੇ ਮੈਨੂੰ ਕਹਿਣ 'ਚ ਗੁਰੇਜ਼ ਨਹੀਂ, ਕਿਉਂਕਿ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਮੈਨੂੰ ਆਪਣੇ ਗੁਰੂ ਦੀ ਵਡਿਆਈ ਹੈ, ਕਿਸੇ ਦੀ ਨਿੰਦਾ ਨਹੀਂ ਹੈ। ਮੈਨੂੰ ਕਈ ਸ਼ੇਰ ਕਹਿੰਦੇ ਨੇ ਦੇਖੋ ਰਾਧਾ ਸਵਾਮੀਆਂ ਵੱਲ ਕਿੰਨੀ ਭੀੜ ਹੁੰਦੀ ਹੈ। ਮੈਂ ਕਿਹਾ ਤੁਹਾਨੂੰ ਪਤਾ ਹੋਏਗਾ, ਬਿਆਸ ਕਦੀ ਜਾਓ ਕਿੰਨੀ ਭੀੜ ਹੈ, ਕਿਲੋਮੀਟਰਾਂ 20-20 25-25 ਕਿਲੋਮੀਟਰ ਦਾ ਡੇਰਾ ਹੈ। ਅੱਛੀ ਗੱਲ ਹੈ, ਪਰ ਉੱਥੇ ਕੀ ਹੈ? ਉੱਥੇ ਇਹੀ ਸੀ, ਪਹਿਲਾਂ ਦੀਵਾਨ ਲੱਗਦੇ ਸਨ, ਸਿੱਖ ਧਰਮ ਨਾਲ ਸਨ, ਪਰ ਜਦੋਂ ਸੰਗਤ ਜ਼ਿਆਦਾ ਹੋਣ ਲੱਗ ਪਈ ਤੇ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕਰਕੇ ਤੇ ਆਪ ਉੱਤੇ ਆਸਣ ਲਾ ਕੇ ਬਹਿੰਦੇ ਸਨ। ਬੜਾ ਚਿਰ ਐਵੇਂ ਰਿਹਾ ਤੇ ਜਾ ਕੇ ਜਿਹੜੇ ਨਾਮ ਦੇ ਰਸੀਏ ਸਨ, ਗੁਰੂ ਦੇ ਪਿਆਰੇ ਸਨ, ਗੁਰੂ ਤੇ ਸ਼ਰਧਾ ਆਸਰਾ ਓਟ ਗੁਰੂ ਤੇ ਭਰੋਸਾ ਰੱਖਣ ਵਾਲੇ, ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਏ। ਅਕਾਲ ਤਖਤ ਤੇ ਬੇਨਤੀ ਪਹੁੰਚੀ ਕਿ ਤਖਤ ਮਹਾਰਾਜ ਦੇ ਤਖਤ ਤੋਂ ਉੱਤੇ ਆਪਣਾ ਆਸਣ ਲਾਉਂਦੇ ਨੇ, ਤੇ ਅਕਾਲ ਤਖਤ ਤੋਂ ਵੀ ਚਿੱਠੀਆਂ ਗਈਆਂ, ਪਰ ਇੱਕ ਫਿਰ ਬੜੇ ਵੱਡੇ ਮੋਰਚੇ ਲੱਗੇ। ਫਿਰ ਉਹ ਇੱਕ ਡਿਸੀਜਨ ਹੋਇਆ ਕਿ ਉੱਥੋਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਿਆਇਆ ਗਿਆ, ਬਾਈ ਤੁਸੀਂ ਆਸਣ ਲਾਓ ਜਿੰਨੇ ਮਰਜ਼ੀ, ਪਰ ਗੁਰੂ ਗ੍ਰੰਥ ਸਾਹਿਬ ਨੂੰ ਨੀਵਾਂ ਦਿਖਾ ਕੇ ਨਹੀਂ। ਇਹ ਤੇ ਜਗਤ ਗੁਰੂ ਹੈ, ਇਹ ਤੇ ਸਾਰੇ ਤਿੰਨਾਂ ਲੋਕਾਂ ਦਾ ਗੁਰੂ ਹੈ, ਔਰ ਤੁਸੀਂ ਮਹਾਰਾਜ ਨੂੰ ਨੀਵੇਂ ਰੱਖ ਕੇ ਆਪ ਉੱਤੇ ਗੱਦੀਆਂ ਲਾਈਆਂ ਨੇ। ਤੇ ਉਸ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ। ਹਾਲਾਂਕਿ ਉਹ ਗੁਰੂ ਬਣ ਬੈਠੇ, ਉਹਨਾਂ ਦੀ ਪ੍ਰਥਾ ਚੱਲਦੀ ਹੈ, ਉਹਨਾਂ ਨੂੰ ਮੁਬਾਰਕ ਹੈ, ਪਰ ਸਾਧ ਸੰਗਤ ਕਦੀ ਵੀ ਧਿਆਨ ਨਾਲ ਪ੍ਰਵਚਨ ਸੁਣ ਲੈਣਾ। 90% ਤੋਂ ਅਬੋਵ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਵਿਚਾਰ ਕਰਦੇ ਨੇ। ਆਪਣਾ ਕੋਈ ਵੀ ਸਮਾਨ ਨਹੀਂ ਉਹਨਾਂ ਕੋਲ। ਜੇ ਕੋਈ ਮੰਤਰ ਵੀ ਦਿੰਦੇ ਨੇ ਕਿਸੇ ਨਾ ਦੱਸਣਾ, ਉਹ ਵੀ ਮੂਲ ਮੰਤਰ ਦੇ ਵਿੱਚੋਂ ਹੀ ਦਿੰਦੇ ਨੇ। ਕਈ ਸਿੱਖ ਇਹਨਾਂ ਦੇ ਪਿਆਰਿਆਂ ਕੋਲੋਂ ਅਸੀਂ ਪੁੱਛਿਆ ਵੀ, ਉਹ ਕਹਿੰਦੇ ਸਿਰਫ ਮੂਲ ਮੰਤਰ ਦੇ ਵਿੱਚੋਂ ਹੀ ਦਿੰਦੇ ਨੇ। ਭਾਵ ਕਿ ਝੰਡਾ ਸੱਚ ਦਾ ਲਾ ਲਿਆ, ਦੁਕਾਨ ਝੂਠ ਦੀ ਚੱਲ ਰਹੀ ਹੈ। ਤੇ ਇਹੀ ਹਾਲ ਬੰਦਾ ਸਿੰਘ ਬਹਾਦਰ ਦਾ ਸੀ। ਰਿੱਧੀਆਂ ਸਿੱਧੀਆਂ ਮਾਰੇ ਤੇ ਕਹਿੰਦੇ ਨੇ, ਪੜ੍ਹਿਆ ਨਾ ਜਪਜੀ ਸਾਹਿਬ, ਵਿਚਾਰ ਕਰ ਗਿਆ, ਰਿੱਧ ਸਿੱਧ ਅਵਰਾ ਸਾਧ। ਇਹ ਤੇ ਅਵਰੇ ਸਵਾਦ ਹੈਗੇ ਨੇ, ਇਹ ਤੇ ਸਾਡੇ ਨਾਲ ਹੀ ਮੁੱਕ ਜਾਣੇ ਨੇ। ਔਰ ਜਿਨ੍ਹਾਂ ਦੇ ਅਸੀਂ ਮਾੜੇ ਕਰਾਂਗੇ, ਰਿੱਧੀਆਂ ਸਿੱਧੀਆਂ ਕਰਾਂਗੇ,
ਉਹੀ ਸਾਡੇ ਉੱਤੇ ਆ ਕੇ ਪੈਣਗੀਆਂ। ਦੇਖੋ, ਮੈਂ ਇਤਿਹਾਸ ਨੂੰ ਖਾਲੀ ਇਤਿਹਾਸ ਵਿੱਚ ਨਹੀਂ, ਇਹ ਚੀਜ਼ਾਂ ਸਾਨੂੰ ਸਮਝ ਆਉਣੀ ਚਾਹੀਦੀਆਂ ਨੇ ਕਿ ਬੰਦਾ ਸਿੰਘ ਬਹਾਦਰ ਕੀ ਗਲਤੀਆਂ ਕਰ ਰਹੇ ਸਨ ਕਿ ਅਸੀਂ ਤੇ ਨਹੀਂ ਉਹ ਕਰ ਰਹੇ। ਮੈਂ ਤਾਂ ਡਿਟੇਲ ਵਿੱਚ ਕਹਿ ਰਿਹਾ, ਕਿਤੇ ਅਸੀਂ ਰਿੱਧੀਆਂ ਸਿੱਧੀਆਂ ਚੱਕਰਾਂ 'ਚ ਤੇ ਨਹੀਂ, ਅਸੀਂ ਵੀ ਕੋਈ ਹੋਰ ਗੁਰੂ ਬਣਾਉਣ ਦੇ ਅੰਦਰ ਮਨਵੀ ਸ਼ੰਕਾ ਤੇ ਨਹੀਂ। ਇਹ ਸ਼ੰਕੇ ਨਿਵਰਤ ਹੋ ਰਹੇ ਨੇ। ਜਾਨਕੀ ਦਾਸ ਬਦਲਿਆ, ਰਾਮ ਜੀ ਦਾਸ ਬਦਲੇ, ਔਗਣਨਾਥ ਬਦਲੇ, ਮੌਤ ਹੋ ਗਈ, ਹੁਣ ਆਪ ਬਣ ਬੈਠਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਸਦੇ ਡੇਰੇ ਵਿੱਚ ਗਏ, ਬਹੁਤ ਵੱਡਾ ਡੇਰਾ ਸੀ ਔਰ ਬੱਕਰੇ ਚਾਰ ਰਹੇ ਸਨ, ਬੜੇ ਹੀ ਚੇਲੇ ਚਪਾਟ ਸਨ। ਮਹਾਰਾਜ ਜਾ ਕੇ ਵੇਖਿਆ, ਉਸ ਦੇ ਕਮਰੇ ਵਿੱਚ ਬੈਠ ਕੇ ਵੇਖਿਆ ਤਖਤ 'ਤੇ, ਕਿ ਜਦ ਮਹਾਰਾਜ ਉੱਠੇ ਤੇ ਤਖਤ 'ਤੇ ਬੈਠ ਗਏ। ਤਖਤ 'ਤੇ ਬੈਠੇ ਉਹਨਾਂ ਦੇ ਚੇਲਿਆਂ ਨੂੰ ਅੱਗ ਲੱਗ ਗਈ ਕਿ ਆਪ, ਉਹਨਾਂ ਨੇ ਪੁੱਛਿਆ ਕਿੱਥੇ ਵੇ ਮਾਧੋ ਦਾਸ? ਕਹਿੰਦੇ ਨੇ ਉਹ ਤੇ ਕਿੱਥੇ ਗਏ ਨੇ, ਹੁਣੇ ਆਉਣ ਵਾਲੇ ਨੇ। ਹੁਣ ਚੇਲੇ ਚਪਾਟ ਜਿਹੜੇ ਸਨ ਉਹ ਭੱਜਦੇ ਗਏ ਕਿ ਮਾਧੋ ਦਾਸ ਜੀ ਅੱਜ ਸਾਡੇ ਡੇਰੇ ਵਿੱਚ ਆਏ ਇੱਕ ਕੋਈ ਦਰਵੇਸ਼ ਲੱਗਦੇ ਨੇ ਜਿਨ੍ਹਾਂ 'ਤੇ ਚਿਹਰੇ 'ਤੇ ਜਲਾਲ ਹੈ, ਉਹਨਾਂ ਦੇ ਨਾਲ ਸਿੱਖ ਵੀ ਨੇ, ਸੇਵਕ ਵੀ ਨੇ, ਪਰ ਉਹ ਬਿਨਾਂ ਕਿ ਤੁਹਾਡੇ ਜਾ ਕੇ ਤਖਤ 'ਤੇ ਬੈਠ ਗਏ ਨੇ। ਜਦ ਇਹ ਸੁਣਿਆ ਤੇ ਦੌੜਦਾ ਹੋਇਆ ਮਾਧੋ ਦਾਸ ਆਇਆ। ਮਾਧੋ ਦਾਸ ਆਇਆ ਤੇ ਉਸ ਵੇਲੇ ਸਾਧ ਸੰਗਤ ਮਹਾਰਾਜ ਤਖਤ 'ਤੇ ਬੈਠੇ ਸਨ। ਦੇਖੋ, ਇਤਿਹਾਸ ਅਸੀਂ ਕਈ ਜਗ੍ਹਾ 'ਤੇ ਅਸੀਂ ਲੁਕੋ ਲੈਂਦੇ ਹਾਂ, ਪਰ ਮੈਂ ਲੁਕਾਉਣ ਵਾਲੀ ਗੱਲ ਨਹੀਂ ਕਰਨੀ। ਮੈਂ 4-5 ਇਤਿਹਾਸ ਪੜ੍ਹੇ ਸੁਣੇ ਵਿਦਵਾਨਾਂ ਪਾਸੋਂ, ਮੈਂ ਉਹ ਸਾਂਝ ਜ਼ਰੂਰ ਕਰਾਂਗਾ। ਜਦ ਮਹਾਰਾਜ ਨੂੰ ਵੇਖਿਆ ਤੇ ਜਲਾਲ ਵੇਖ ਕੇ, ਦੇਖੋ ਧਿਆਨ ਦੇਣਾ ਹੁਣ ਇੱਥੇ ਕਿਹੜੀ ਗੱਲ ਹੋਈ ਹੈ। ਜਦ ਵੇਖਿਆ ਮਹਾਰਾਜ ਵੱਲ, ਕਹਿੰਦੇ ਨਾ, ਦਰਸ਼ਨ ਦੇਖਤ ਹੀ ਸੁਧ ਕੀ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਨ ਸੁਧ ਦੀ ਸੁਧ ਨਹੀਂ ਰਹੀ, ਬੁੱਧ ਦੀ ਬੁੱਧ ਨਹੀਂ ਰਹੀ। ਕਿਉਂ? ਕਿਉਂਕਿ ਜਲਾਲ ਐਸਾ ਸੀ। ਸੋਏ ਸੁਣੰਦਰੀ ਮੇਰਾ ਤਨ ਮਨ ਮੋਲਾ, ਨਾਮ ਚਪੰਦੜੀ ਲਾਲੀ, ਭੰਦ ਜੁਲੰਦਰੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਅੰਦਰ ਠੰਡ ਪੈ ਗਈ, ਪਤਾ ਨਹੀਂ ਕੈਸਾ ਨੂਰ ਹੈ, ਜਲਾਲ ਹੈ। ਪਰ ਉਸ ਤੋਂ ਪਹਿਲਾਂ ਮਹਾਰਾਜ ਨੇ ਪਤਾ ਕੀ ਕੀਤਾ? ਉਹਦੇ ਡੇਰੇ ਜਾ ਕੇ ਸਿੱਖਾਂ ਨੂੰ ਕਿਹਾ, ਕੁਝ ਬੱਕਰੇ ਤੇ ਕੁਝ ਬੱਕਰੀਆਂ ਵੱਢ ਦਿਓ। ਇਤਿਹਾਸ ਹੈ, ਵੱਢ ਦਿੱਤਾ ਉਹਨਾਂ ਨੇ, ਖੂਨ ਹੋ ਗਿਆ ਉੱਤੇ। ਇਹ ਆਇਆ, ਇਹਨੇ ਵੇਖਿਆ ਡੇਰਾ ਤੇ ਸਾਰਾ ਖੂਨ ਦੇ ਨਾਲ ਲੱਤ-ਪੱਤ ਹੈ, ਬੱਕਰੇ ਬੱਕਰੀਆਂ ਇੱਥੇ ਕਿਸੇ ਨੇ ਝਟਕਾਏ ਨੇ। ਅੰਦਰ ਗਿਆ, ਵੇਖਦਿਆਂ ਹੀ ਹੁਣ ਧਿਆਨ ਉਹਦਾ ਜਿਹੜਾ ਗੁੱਸੇ ਵਿੱਚ ਤੇ ਮਹਾਰਾਜ ਦੇ ਚਰਨਾਂ ਵਿੱਚ ਬੈਠ ਗਿਆ। ਚਰਨ ਫੜ ਲਏ ਤੇ ਮਹਾਰਾਜ ਨੇ ਕਿਹਾ, ਕੌਣ? ਕਹਿੰਦਾ ਮੈਂ ਮਾਧੋ ਦਾਸ ਹਾਂ। ਮਹਾਰਾਜ ਨੇ ਕਿਹਾ, ਅੱਛਾ। ਬੇਨਤੀ ਕੀਤੀ, ਮਹਾਰਾਜ ਤੁਹਾਡਾ ਚਿਹਰੇ ਦਾ ਜਲਾਲ ਕਹਿ ਰਿਹਾ ਤੁਸੀਂ ਕੋਈ ਪਰਮਾਤਮਾ ਦੇ ਭੇਜੇ ਹੋਏ ਦਰਵੇਸ਼ ਹੋ, ਪਰ ਮੈਂ ਇੱਕ ਬੇਨਤੀ ਹੈ ਤੁਹਾਡੇ ਅੱਗੇ, ਤੁਸੀਂ ਇਸ ਡੇਰੇ ਨੂੰ ਆ ਕੇ ਨਾ ਅਪਵਿੱਤਰ ਕਰ ਦਿੱਤਾ ਹੈ। ਤੁਸੀਂ ਬੱਕਰਿਆਂ ਨੂੰ ਝਟਕਾ ਕੇ ਖੂਨ ਦੇ ਨਾਲ ਲੱਥਪੱਥ ਕਰਕੇ ਪਵਿੱਤਰ ਦੀ ਜਗ੍ਹਾ ਅਪਵਿੱਤਰ ਕਰ ਦਿੱਤਾ ਡੇਰੇ ਨੂੰ ਤੁਸੀਂ। ਮਹਾਰਾਜ ਕਹਿੰਦੇ ਨੇ, ਅੱਛਾ ਇਹ ਡੇਰਾ ਤੇਰਾ ਪਵਿੱਤਰ ਹੋ ਗਿਆ। ਮਹਾਰਾਜ ਕਹਿੰਦੇ ਨੇ, ਜੇ ਇੱਕ ਬੱਕਰੀ ਦੇ ਝਟਕਣ ਦੇ ਨਾਲ ਇਹਨਾਂ ਦਾ ਖੂਨ ਵੇਖ ਕੇ ਤੇਰੀ ਧਰਤੀ ਅਪਵਿੱਤਰ ਹੋ ਗਈ ਹੈ। ਤੈਨੂੰ ਪਤਾ ਹੈ ਚਾਂਦਨੀ ਚੌਕ ਦੀ ਧਰਤੀ ਤੇ ਜਦੋਂ ਗੁਰੂ ਤੇਗ ਬਹਾਦਰ ਬਾਬਾ ਜੀ ਤੇ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਤਦ ਤੇਰੀ ਧਰਤੀ ਅਪਵਿੱਤਰ ਨਹੀਂ ਹੋਈ। ਜਦ ਛੋਟੇ ਲਾਲਾਂ ਨੂੰ, ਸਾਹਿਬਜ਼ਾਦਿਆਂ ਨੂੰ ਸਰਹੰਦ ਦੀ ਗੜੀ ਦੇ ਵਿੱਚ ਉਸ ਵਜ਼ੀਦੇ ਨੇ ਹੁਕਮ ਕਰਕੇ ਕਾਦੀ ਦੇ ਸਦਕੇ ਉਹਨਾਂ ਨੂੰ ਨੀਹਾਂ ਵਿੱਚ ਚਿਣਾ ਦਿੱਤਾ, ਉਸ ਵੇਲੇ ਤੇਰੀ ਧਰਤੀ ਅਪਵਿੱਤਰ ਨਹੀਂ ਹੋਈ। ਇਹ ਮਹਾਰਾਜ ਨੂੰ ਸਮਝਾਉਣ ਦਾ ਢੰਗ ਸੀ।
ये धर्म ऐसा है, वो वाला धर्म नहीं है, करामातां वाला धर्म नहीं है, या मिरगनी नूं वेख के बेराग हो जाना, वो वजह धर्म नहीं है। कोई तंत्र मंत्र जंत्र दिखाने वाला धर्म नहीं है। ये धर्म है प्रैक्टिकली करनी दा है, कथनी दा धर्म नहीं है। जे तेरे बाजुआं विच तेरे कंधियां विच इन्नी जोर है, ते जे तू इस धरती नूं पवित्र समझना वे, ते फिर उस सरहद दी धरती नूं की कहेगा जिथे बेकसूर मेरे लाला नूं शहादत की दी जाम पलाया, ते उस वेले तू किथे सुता पिया सी। जद ये गल सुनी ते साध संगत टै पिया, हुण मन करके टै पिया। जिहड़ा हंकार दी डिग्री सी ना, जदों बंदा बड़ा सौखा होवे ना ते ओदा होवे ते संगत विच आंदा है ना, ते बड़ा ही अपने आप नूं हट के बड़ा अलग समझ के आंदा है। क्यों? क्योंकि उन्हें ना होमे दी मैं दी पंड चुकी होंदी है। मारे तो कहते हैं अत सुंदर कुलीन चतुर मुख ज्ञानी तनवंत, मृतक कहिए नानका जे प्रीत नहीं भगवंत। तू उच्ची कुल दा होवे, सोहना होवे, रुतबा होवे, अत सुंदर कुलीन चतुर होवे, सियाणा होवे, विचार भी अच्छियां करदा होवे परमात्मा दियां। मार कहंदे मृतक कहिए नानका जे प्रीत नहीं भगवंत। जे उस प्रभु परमात्मा नाल तेरा प्रेम नहीं है ते तेरियां चीज़ां तू मोए समान है। हंकारी बंदा हंकारियां निंदकां किठ दे, नाम देओ मुख लाया। तू एक मिर्गी नूं वेख के उपराम हो गया। इत्थे ते इन्ने इन्ने लालां दियां शहीदियां होईयां ने, अपने हत्थी चारां दे साहिबजादे मेरे शहीद किए गए जिन्हां दा कोई कसूर नहीं सी। उदों तेरी धरती अपवित्र नहीं हुई। ते साध संगत रोमटे खड़े हो गए, पैरी झुक गया, अखां विचों आंसू आ गए। ते महाराज ने कहा तेरा नाम की है? कहता महाराज मेरा नाम है बंदा। देखो ये गल जे जदों बंदा झुक जाए ना, फिर अपना नाम नहीं। को नानक सब तेरी वडियाई, कोई नाम न जाने मेरा। उस वेले मैं कुछ नहीं, मैं ना ही किछ हो ना ही किछ आए ना मोरा। उस लज्जा रा को सदना जन तोरा। फिर ते कबीर मेरा मुझ में किछ नहीं, जो किछ है सो तेरा, तेरा तुझको सौंपते क्या लागे मेरा। कौन है तू? मैं बंदा। ये नहीं क्या मैं माधो दास या मैं राजपूत घराने दा बंदा। भाव मैं एक मस्कीन हाँ, एक निमरता वाला नीवा। ते मारे कहते फिर किदा बंदा है? ते महाराज कहते ने, कहता फिर महाराज मैं बंदा तुहाडा वां। ते जे तू मेरा बंदा में ते फिर बंदियां वाले काम करना। ऐ कि किसे आए गए दा तखत पलटा के उहदे उत्ते मजाक उड़ाना, मजलूमां नूं दीन दुखियां नूं जिहड़े परमात्मा दी मार पई होवे उन्हां दे उत्ते तू हसना है, उन्हां जालिमां दे सिर वड्ड। ऐसा काम कर जे संसार विच जीवन मिलिया ही, घर बार भी छड्डिया ही ना, तो ऐसा काम कर जिहदे नाल वो कहते हैं कि जिहदे नाल संसार नूं पता लगे कि संसार विच गया है। ते उस वेले फिर महाराज मैनू सिख बना लो। तो समय हुण समाप्ति है, मैं इत्थे कह के संकोचांगा, बहुत लंबा इतिहास है। मैं चाहना इस दी पूरी डीपली पूरे दिन अज असी इसे विचारां नूं अगे लैके चलांगे। तो महाराज नूं कहंदा है महाराज मन्नू भी सिख बनाओ। उस वेले महाराज ने पता की किता, उस अपने 5 ਸਿੰਘਾਂ नाल अमृत की दात उहदी झोली विच पाई। पहली बारी महाराज अमृत छकाण वास्ते
उस पावन पवित्र धरती आनंदपुर साहब विखे 1699 विखे साध संगत महाराज आप अंमृत दी दात पंजां प्यारिਆਂ ਨੂੰ ਦਿੱਤੀ ਤੇ ਅਖੀਰ ਦੇ ਵਿੱਚ ਜਿਹੜੀ ਦਾਤ ਦਿੱਤੀ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਦਿੱਤੀ, ਜਿਹਦਾ ਨਾਮ ਬਖਸ਼ੀਸ਼ ਸਿੰਘ ਰੱਖਿਆ। ਪਰ ਬੰਦਾ ਨਾਮ ਹੋਣ ਕਰਕੇ ਬੰਦਾ ਕਿਹਾ ਕਿ ਮੈਂ ਬੰਦਾ ਵਾਂ, ਤੇ ਮਹਾਰਾਜ ਨੇ ਉਹਦਾ ਜਿਹੜਾ ਨਾਮ ਪ੍ਰਚਲਿਤ ਹੋਇਆ ਉਹ ਸੀ ਬਾਬਾ ਬੰਦਾ ਸਿੰਘ ਬਹਾਦਰ। 1708 ਦੀ ਗੱਲ ਹੈ, ਜਦੋਂ ਮਹਾਰਾਜ ਨੇ ਕੁਝ ਸਮੇਂ ਬਾਅਦ, ਮਹੀਨੇ ਬਾਅਦ ਮਹਾਰਾਜ ਜੋਤੀ ਜੋਤ ਸਮਾਏ। तो उस वेले महाराज ने की किया, उस बंदे बहादुर नूं अमृत छका के बंदा सिंह बहादुर बनाया। तो हुण जो जो बख्शिशां महाराज ने कीतियां उन्होंने होर डिटेल विच अज 11 बजे भाई तिलकजीत सिंह जी खुराना दे असी इस जूम दे उत्ते इस नूं कंटिन्यू रखांगे। तो मैं यही कहांगा भैणों मतावो जिहड़ियां मेरे वीर बैठे हो, ਤੁਸੀਂ ਜੇ ਕੋਈ ਸੀਰੀਅਲ ਵੇਖਦੇ ਹੋ ਤੇ ਜਿੱਥੇ ਸਮਾਪਤੀ ਹੋ ਜਾਏ ਤੇ ਅਗਲੇ ਦਿਨ ਦੀ ਉਡੀਕ ਹੁੰਦੀ ਹੈ ਨਾ ਕਿ ਮੈਂ ਇਤਿਹਾਸ ਨੂੰ ਹੋਰ ਸੁਣਨਾ, ਮੈਂ ਅੱਗੇ ਕੀ ਹੋਇਆ ਪਤਾ ਤੁਹਾਨੂੰ ਹੈ, ਲੇਕਿਨ ਇੱਕ ਮੌਕੇ ਦੇ ਉੱਤੇ ਯਾਦ ਆ ਜਾਏ ਜਦੋਂ ਬੱਚੇ ਦਾ ਜਨਮ ਦਿਨ ਆਉਂਦਾ ਹੈ, ਤੁਸੀਂ ਕਿਉਂ ਕੇਕ ਹਰ ਸਾਲ ਕਿਉਂ ਕੇਕ ਲਿਆਉਂਦੇ ਹੋ? ਬੱਚਾ ਤੇ ਉਹੀ ਹੋਈ ਹੈ। ਕਿਉਂ ਖੁਸ਼ੀਆਂ ਮਨਾਉਂਦੇ ਹੋ? ਕਿਉਂਕਿ ਉਹ ਦਿਨ ਯਾਦ ਆ ਜਾਏ, ਫਿਰ ਤੁਹਾਨੂੰ ਯਾਦ ਆਉਂਦਾ ਕਿ ਇਸ ਦਿਨ ਹੋਇਆ ਸੀ ਤੇ ਖੁਸ਼ੀਆਂ ਮਨਾਉਂਦੇ ਹੋ ਨਾ। ਤੇ ਅਸੀਂ ਵੀ ਜੇ ਬਾਬਾ ਬੰਦਾ ਸਿੰਘ ਬਹਾਦਰ ਅੱਜ ਦੇ ਦਿਹਾੜੇ ਸ਼ਹਾਦਤ ਦਾ ਜਾਮ ਪੀਤਾ ਹੈ, ਤੇ ਅਸੀਂ ਉਹਨਾਂ ਦੀਆਂ ਸਾਰੀਆਂ ਕਥਾ ਕਹਾਣੀਆਂ, ਉਹਨਾਂ ਦੀਆਂ ਜੋ ਵੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਹੁਣ ਮਿਲ ਕੇ ਜੋ ਥਾਪੜਾ ਲੈ ਕੇ ਉਸ ਪੰਜਾਬ ਦੀ ਧਰਤੀ ਤੇ ਪਹੁੰਚੇ, ਕੀ ਕਾਰਜ ਕੀਤੇ, ਮੈਂ ਕਹਿੰਦਾ ਜੇ ਅਸੀਂ ਧਿਆਨ ਨਾਲ ਸਰਵਣ ਕਰ ਲਈਏ ਨਾ, ਸਾਨੂੰ ਉਸ ਦਿਨ ਖਾਣਾ ਵੀ ਚੰਗਾ ਨਹੀਂ ਲੱਗੇਗਾ। ऐसा इतिहास जिहड़ा एक अंदर नूं झनून देवे वो वे बाबा बंदा सिंह बहादुर दा इतिहास। तो ऐसी प्यास असी लैनी है। महाराज कहते पूर्ण होए हमारी आसा तोर भजन की रहे प्यासा। सो इस नूं असी विचारां नूं संकोच के 11 वजे असी फिर असी रूबरू होवांगे जे महाराज ने सवास बख्शे। इस नूं कंटिन्यू रखांगे। मैं समझना जितनी संगत बैठी है, जिस तरह मैं पहला किया सीरीयल अगला सीरीयल आंदा है तो भैन पहला ही बैठी होंदी है कि कल इन्होंने छड्डिया सी ते अज की उहदे विच है, ते असी फिर इस नूं पूरा सांझ करांगे। आप सारिਆਂ ने असीस बख्शनी है। बेअंत भुल्लां गलतियां होईयां ने उदास दियां ने, बचन गुरु दा जाणीए। प्यार नाल आखो धन धन बाबा बंदा सिंह जी बहादुर। फिर आखो धन धन बाबा बंदा सिंह जी बहादुर। ऐसे उस प्यारे उस सूरवीर योधे नूं असी नमस्कार करिए, तां ही साडे ये बनाए सफले ने। भुल्लां बेअंत होईयां ने, उदास दियां ने। बचन गुरु दा जान के हिरदे च वसाओ।